ਸ਼ਲੋਕ ਮਹਿਲਾ 9ਵਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਉਚਾਰਨ ਕੀਤੇ ਹੋਏ ਸ਼ਲੋਕ ਜੋ ਹੁਣੇ ਤੁਸੀਂ ਕੀਰਤਨ ਰੂਪ ਵਿੱਚ ਸੁਣੇ ਨੇ, ਉਹਨਾਂ ਦੇ ਬਾਰੇ ਵਿਚਾਰ ਅੱਜ ਅਸੀਂ ਕਰਾਂਗੇ। ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ ਸ਼ਲੋਕ ਵਾਰਾਂ ਤੇ ਵਧੇਕ ਜਿਹੜੇ ਸ਼ਲੋਕ ਵਾਰਾਂ ਵਿੱਚ ਐਡ ਨਹੀਂ ਕੀਤੇ, ਉਹ ਜਿਹੜੇ ਬਚ ਗਏ ਉਹ ਅਖੀਰ ਵਿੱਚ ਦਰਜ ਨੇ। ਇਨ ਦ ਲਾਸਟ ਚੈਪਟਰਸ ਆਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਯੂ ਵਿਲ ਫਾਈਂਡ ਸ਼ਲੋਕ ਵਾਰਾਂ ਤੇ ਵਧੇਕ, ਐਂਡ in that portion of ਬਾਣੀ it's the last there ਸਾਰਿਆਂ ਤੋਂ ਅਖੀਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਇਹ ਸ਼ਲੋਕ। there are 57 ਸ਼ਲੋਕਸ of ਗੁਰੂ ਤੇਗ ਬਹਾਦਰ in ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਸ਼ਲੋਕਸ ਸਾਧ ਸੰਗਤ is a poetical structure। ਸ਼ਬਦ ਤੇ ਸ਼ਲੋਕ ਵਿੱਚ ਫਰਕ ਹੁੰਦਾ ਆ। ਸ਼ਬਦ ਕੰਸਿਸਟਸ ਆਫ ਅ ਰਹਾਉ, ਉਹਦੇ 'ਚ ਇੱਕ ਰਹਾਉ ਹੁੰਦਾ। ਸ਼ਲੋਕਾਂ ਦੇ ਵਿੱਚ ਯੂਜੂਅਲੀ ਰਹਾਉ ਨਹੀਂ ਹੁੰਦਾ। ਸ਼ਲੋਕਸ ਜਿਹੜੇ ਨੇ ਉਹ 2 ਲਾਈਨ ਤੋਂ ਲੈ ਕੇ 8-10 ਲਾਈਨ ਦੇ ਹੋ ਸਕਦੇ ਨੇ, ਪਰ ਇਹਨਾਂ ਵਿੱਚ ਰਹਾਉ ਨਹੀਂ ਹੁੰਦਾ। ਸੋ ਸ਼ਲੋਕ, ਸ਼ਬਦ, ਅਸ਼ਟਪਦੀਆਂ, ਛੰਤ, these all are poetical structures। ਉਹ poetical structures ਹੁੰਦੇ ਆ। ਕਵਿਤਾ ਦੇ ਛੰਦ ਹੁੰਦੇ ਆ ਅਲੱਗ-ਅਲੱਗ। ਇਸੇ ਤਰ੍ਹਾਂ ਦੋਹੇ ਹੁੰਦੇ ਆ। ਯੂ ਮਸਟ ਹੈਵ, ਇਫ ਯੂ ਹੈਵ ਰੈਡ ਸ਼ਲੋਕ ਮਹਲਾ 9ਵਾਂ ਤਾਂ ਤੁਸੀਂ ਜ਼ਰੂਰ ਦੇਖਿਆ ਹੋਏਗਾ ਅੱਗੇ ਜਾ ਕੇ ਦੋਹਰਾ ਵੀ ਆਉਂਦਾ ਆ। ਤਾਂ ਦੋਹਰਾ ਮੀਨਸ ਕਪਲਟ, 2 ਪੰਕਤੀਆਂ ਦੀ ਜਿਹੜੀ ਰਚਨਾ ਹੁੰਦੀ ਹੈ ਉਹਨੂੰ ਦੋਹਰਾ, ਜਾਂ ਹਿੰਦੀ ਵਿੱਚ ਉਹਨੂੰ ਦੋਹਾ ਕਿਹਾ ਜਾਂਦਾ। ਪੰਜਾਬੀ ਦੇ ਵਿੱਚ ਕਲਚਰ ਵਿੱਚ ਵੀ ਉਹਨੂੰ ਦੋਹੇ ਕਿਹਾ ਜਾਂਦਾ। ਸੋ ਦੋਹਾ ਜਾਂ ਦੋਹਰਾ ਮੀਨਸ ਅ ਕਪਲਟ, ਜੇ 2 ਲਾਈਨਾਂ ਨੇ, 2 ਲਾਈਨਾਂ ਦੇ ਵਿੱਚ ਪੂਰੀ ਗੱਲ, 2 ਪੰਕਤੀਆਂ ਵਿੱਚ ਪੂਰੀ ਗੱਲ ਕਹੀ ਹੁੰਦੀ ਹੈ। ਸੋ ਉਹ ਦੋਹੇ ਨੇ। ਸ਼ਲੋਕ ਵਰਗਾ ਹੀ ਉਹਨਾਂ ਦਾ ਪੈਟਰਨ ਹੁੰਦਾ ਆ। ਬਸ ਸ਼ਲੋਕ ਜਿਹੜੇ ਨੇ ਦੇ ਕੈਨ ਬੀ ਆਫ ਮੋਰ ਲਾਈਨਸ, ਉਹਨਾਂ ਵਿੱਚ ਕੁਝ ਜ਼ਿਆਦਾ ਲਾਈਨਸ ਵੀ ਹੋ ਸਕਦੀਆਂ ਨੇ। ਆਓ ਸ਼ੁਰੂ ਕਰਦੇ ਹਾਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ, ਜੋ ਕਿ ਬੜੀ ਪੋਪੂਲਰ ਸੰਗਤ ਵਿੱਚ ਹੈ, ਵੈਰੀ ਫੌਂਡਲੀ ਕਾਲਡ ਭੋਗ ਦੇ ਸ਼ਲੋਕ, ਬਿਕੋਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਹਿਜ ਪਾਠ ਜਾਂ ਅਖੰਡ ਪਾਠ ਕਰਨ ਤੋਂ ਬਾਅਦ ਅਖੀਰ ਵਿੱਚ ਇਹ ਸ਼ਲੋਕ ਪੜ੍ਹੇ ਜਾਂਦੇ ਆ। ਤੇ ਸੰਗਤ ਨੂੰ ਆਲਮੋਸਟ ਮੇਰੇ ਖਿਆਲ 'ਚ 75 to 80% ਸੰਗਤ, ਸਿੱਖ ਸੰਗਤ ਹੂ ਗੋਜ਼ ਟੂ ਗੁਰਦੁਆਰਾ, ਔਰ ਈਵਨ ਜਿਹੜੇ ਗੁਰਦੁਆਰੇ ਬਹੁਤ ਘੱਟ ਵੀ ਜਾਂਦੇ ਨੇ, ਦੇ ਮਸਟ ਹੈਵ ਹਰਡ ਆਫ ਦੀਜ਼ ਸ਼ਲੋਕਸ। ਉਹਨਾਂ ਨੇ ਸ਼ਲੋਕ ਜ਼ਰੂਰ ਸੁਣੇ ਆ। ਤੇ ਕਿਤੇ ਨਾ ਕਿਤੇ ਸਾਡੇ ਮਾਈਂਡ ਦੇ ਵਿੱਚ ਉਹ ਇੱਕ ਨਾ ਇੱਕ ਤੁਕ ਜਿਹੜੀ ਹੈ, ਕੋਈ ਨਾ ਕੋਈ ਲਾਈਨ ਸ਼ਲੋਕਾਂ ਦੀ ਆਉਂਦੀ ਰਹਿੰਦੀ ਹੈ। ਸੋ ਆਓ ਸ਼ੁਰੂ ਕਰਦੇ ਹਾਂ। ਸ਼ਲੋਕ ਮਹਿਲਾ 9ਵਾਂ। ਮਹਿਲਾ 9ਵਾਂ ਤੋਂ ਭਾਵ these are written by the 9th ਨਾਨਕ, ਗੁਰੂ ਨਾਨਕ ਦੀ 9ਵੀਂ ਜੋਤ ਗੁਰੂ ਤੇਗ ਬਹਾਦਰ ਸਾਹਿਬ ਦੁਆਰਾ ਉਚਾਰਨ ਕੀਤੇ ਹੋਏ, ਲਿਖੇ ਹੋਏ ਇਹ ਸ਼ਲੋਕ ਨੇ। 9ਵੇਂ ਮਹੱਲੇ ਦੇ ਸ਼ਲੋਕ ਇਸ ਕਰਕੇ ਵੀ ਪੋਪੂਲਰ ਨੇ, ਜਾਂ ਸ਼ਲੋਕ ਇਨ ਇਟਸੈਲਫ ਇਸ ਕਰਕੇ ਵੀ ਪੋਪੂਲਰ ਹੁੰਦੇ ਨੇ ਕਿਉਂਕਿ ਥੋੜੀਆਂ ਲਾਈਨਸ ਦੇ ਵਿੱਚ ਬਹੁਤ ਵੱਡੀ ਗੱਲ ਜਿਹੜੀ ਆ ਉਹ ਕਹਿਤੀ ਜਾਂਦੀ ਹੈ। ਪਹਿਲਾ ਸ਼ਲੋਕ ਜਿਹੜਾ ਹੈ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਕਹੋ ਨਾਨਕ ਹਰ ਭਜ ਮਨਾ, ਜਿਹ ਬਿਦ ਜਲ ਕੋ ਮੀਨ। ਤੋਂ ਬੜਾ ਵੱਡਾ ਸਬਜੈਕਟ ਹੈ ਪਹਿਲੇ ਸ਼ਲੋਕ ਦੇ ਵਿੱਚ ਹੀ, ਕਿ ਗੁਣ ਗੋਬਿੰਦ ਗਾਇਓ ਨਹੀਂ, ਤੂੰ ਰੱਬ ਦੇ ਗੁਣ ਨਹੀਂ ਗਾਏ। ਰਿਮੈਂਬਰ ਸਾਧ ਸੰਗਤ, ਵੀ ਹੈਵ ਡਿਸਕਸਡ ਇਟ ਮੈਨੀ ਟਾਈਮਸ, ਕਿ ਗੁਣ ਗਾਉਣ ਦਾ ਮਤਲਬ ਇਹ ਨਹੀਂ ਹੁੰਦਾ ਦੈਟ ਵੀ ਹੈਵ ਟੂ ਸਿੰਗ ਪ੍ਰੇਜ਼ਸ ਆਫ ਦ ਲਾਰਡ, ਕਿ ਉਹਨੂੰ ਪ੍ਰੇਜ਼ ਕਰਨਾ ਆ ਤੇ ਉਹ ਖੁਸ਼ ਹੋ ਜਾਏਗਾ ਰੱਬ। ਇਟਸ ਨਾਟ ਅਬਾਊਟ ਫਲੈਟਰਿੰਗ ਗੋਡ। ਇਹ ਵਾਹਿਗੁਰੂ ਨੂੰ ਫਲੈਟਰ ਕਰਨ ਵਾਸਤੇ ਨਹੀਂ ਹੈ। ਗੁਣ ਗੋਬਿੰਦ ਗਾਇਓ ਨਹੀਂ, ਗੁਣ ਗਾਣੇ ਨੇ ਟੂ ਐਪਰੀਸ਼ੀਏਟ ਦੈਟ ਲਾਰਡ ਹੂ ਇਜ਼ ਵਿਦਿਨ ਅਸ। Appreciation means to live in gratitude, to live in thankfulness. ਗੁਣ ਗੋਬਿੰਦ ਗਾਇਓ ਨਹੀਂ, if we are living thankless, ਜੇ ਅਸੀਂ thankless ਹੋ ਕੇ without gratitude ਅਸੀਂ ਧੰਨਵਾਦੀ ਨਹੀਂ ਹੋ ਰਹੇ ਉਸ ਪਰਮਾਤਮਾ ਦੇ ਪ੍ਰਤੀ। ਜਨਮ ਅਕਾਰਥ ਕੀਨ, ਅਸੀਂ ਆਪਣਾ ਜਨਮ ਵਿਅਰਥ, ਮੀਨਿੰਗਲੈਸ ਗਵਾ ਰਹੇ ਹਾਂ। ਕਹੋ ਨਾਨਕ ਹਰ ਭਜ ਮਨਾ, ਜਿਹ ਬਿਦ ਜਲ ਕੋ ਮੀਨ। ਨਾਓ ਦਿਸ ਲਾਈਨ ਵਿਲ ਐਕਸਪਲੇਨ ਇਟ ਆਲ, ਕਿ ਜਿਹੜੀ ਗੱਲ ਮੈਂ ਪਿੱਛੇ ਕਹੀ ਉਹ ਕੀ ਹੈ। ਕਿ ਗੁਰੂ ਤੇਗ ਬਹਾਦਰ ਜੀ ਸੇਜ਼ ਕਿ ਰੱਬ ਦੇ ਗੁਣ ਗਾਓ। ਜੇ ਅਸੀਂ ਇਹ ਟਰਮ ਯੂਜ਼ ਵੀ ਕਰਨੀ ਹੈ, ਫਰੇਜ਼ ਯੂਜ਼ ਵੀ ਕਰਨਾ, ਟੂ ਸਿੰਗ ਦ ਪ੍ਰੇਜ਼ਸ, ਔਰ ਆਈ ਵਿਲ ਟਰਾਈ ਟੂ ਯੂਜ਼ ਦ ਵਰਡ ਟੂ ਐਪਰੀਸ਼ੀਏਟ ਦ ਲਾਰਡ ਲਾਈਕ ਦ ਫਿਸ਼ ਇਨ ਦ ਵਾਟਰ। ਉਹਨੂੰ ਐਪਰੀਸ਼ੀਏਟ ਕਰੋ ਜਿਵੇਂ ਮੱਛਲੀ ਗਾਉਂਦੀ ਹੈ। ਹੁਣ ਗਾਉਣ ਦੀ ਗੱਲ ਹੈ, ਸਾਨੂੰ ਲੱਗਦਾ ਫਿਰ ਗਾਉਣ ਦਾ ਮਤਲਬ ਹੈਗਾ ਆਈ ਹੈਵ ਟੂ ਟੇਕ ਦ ਹਾਰਮੋਨੀਅਮ ਐਂਡ ਤਬਲਾ ਐਂਡ ਵਾਜਾ ਐਂਡ ਆਲ ਦੋਜ਼ ਮਿਊਜ਼ੀਕਲ ਇੰਸਟਰੂਮੈਂਟਸ ਐਂਡ ਸਮਵਨ ਸਿੰਗਿੰਗ, ਤੇ ਉਹੀ ਬੈਸਟ ਹੈ। ਨਹੀਂ, ਉਹ ਗਾਉਣਾ ਨਹੀਂ ਹੁੰਦਾ। ਗਾਉਣਾ ਹੈ ਲਾਈਫ ਨੇ। ਆਵਰ ਲਾਈਫ ਸਿੰਗਸ, ਸਾਡੀ ਜ਼ਿੰਦਗੀ ਕੀ ਗਾ ਰਹੀ ਹੈ। ਹੁੰਦਾ ਨਾ ਕਈ ਲੋਕੀ ਹਰ ਵੇਲੇ ਰੋਂਦੇ ਰਹਿੰਦੇ ਆ, ਰੋਣੀ ਜੀ ਸੂਰਤ ਹੈ ਉਹਨਾਂ ਦੀ, ਆਲਵੇਜ਼ ਕ੍ਰਾਈਂਗ ਐਂਡ ਕੰਪਲੇਨਿੰਗ ਐਂਡ ਆਲ ਦੈਟ ਸੌਰਟ ਆਫ ਥਿੰਗਸ। ਅਸੀਂ ਕੀ ਕਹਿੰਦੇ, ਇਹ ਬਸ ਇਹਨੇ ਇੱਕੋ ਹੀ ਗਾਉਣ ਧਰਿਆ ਆ। ਪੰਜਾਬੀ 'ਚ ਆਮ ਭਾਸ਼ਾ 'ਚ ਇੱਦਾਂ ਹੀ ਕਿਹਾ ਜਾਂਦਾ, ਇਹਨੇ ਇੱਕੋ ਹੀ ਗਾਉਣ ਧਰਿਆ। ਜਿਹੜਾ ਬੱਚਾ ਬਾਰ-ਬਾਰ ਆ ਕੇ ਇੱਕ ਚੀਜ਼ ਦੀ ਡਿਮਾਂਡ ਕਰੀ ਜਾਵੇ, ਉਹਨੂੰ ਵੀ ਇਹੀ ਕਹਿੰਦੇ, ਤੂੰ ਕੀ ਗਾਉਂਦਾ ਰਹਿਣਾ ਹੈ, ਤੂੰ ਇਹੀ ਗਾਉਂਦਾ ਰਹਿਣਾ ਬਸ। ਸੋ ਕਿਹੜੀ ਚੀਜ਼ ਨੂੰ ਅਸੀਂ ਬਾਰ-ਬਾਰ ਕਰ ਰਹੇ ਹਾਂ, ਸਾਡੀ ਲਾਈਫ ਕਿਸ ਚੀਜ਼ ਨੂੰ ਸ਼ੋਅ ਕਰ ਰਹੀ ਹੈ, ਸਾਡੀ ਲਾਈਫ ਆਪਣੇ ਆਪ 'ਚ ਕੀ ਗਾ ਰਹੀ ਹੈ, ਤਾਂ ਉਸ ਗਾਉਣ ਦੀ ਗੱਲ ਹੈ। ਤਾਂ
ਮਛਲੀ ਗਾ ਰਹੀ ਹੈ, ਜਿਵੇਂ ਮਛਲੀ ਗਾਉਂਦੀ ਹੈ, ਲਾਈਕ ਦ ਫਿਸ਼ ਇਨ ਦੈਟ ਵਾਟਰ ਸਿੰਗਸ, ਉਸ ਤਰ੍ਹਾਂ ਉਸ ਪ੍ਰਮਾਤਮਾ ਦੀ ਐਪਰੀਸੀਏਸ਼ਨ ਜਾਂ ਉਹਦੀ ਪ੍ਰੇਜ਼ਸ ਗਾਓ। Nobody has ever heard a fish sing. How does a fish sing? एक मछली किवें गाउंदी है? Now the fish lives in water. Water is its life. In the same water, it finds food, it finds shelter, it finds protection over there. ਪਾਣੀ ਵਿੱਚ ਹੀ ਮਛਲੀ ਦਾ ਜੀਵਨ ਹੈ, ਉਹਦੇ ਵਿੱਚ ਹੀ ਉਹਨੂੰ ਖਾਣਾ ਮਿਲਦਾ ਹੈ, ਉਹਦੇ ਵਿੱਚ ਹੀ ਉਹਨੂੰ ਰਹਿਣ ਨੂੰ ਥਾਂ ਮਿਲਦੀ ਹੈ। ਬਟ ਇਨ ਦ ਸੇਮ ਵਾਟਰਸ, ਉਸੇ ਪਾਣੀ ਦੇ ਵਿੱਚ ਦੇयर ਆਰ ਐਨੀਮੀਜ਼, देयर आर हंटर्स, देयर आर बिगर फिशेस हु कैन ਉਹਨੂੰ ਖਾ ਸਕਦੀਆਂ ਨੇ। ਮਤਲਬ ਉਹਦਾ ਡੇਂਜਰ, ਉਹਦੇ ਦੁੱਖ, ਉਹਦੀਆਂ ਪਰੇਸ਼ਾਨੀਆਂ, all those struggles, all those challenges, all those enemies, they are also in the same water, ਉਹ ਵੀ ਉਸੇ 'ਚ ਹੀ ਹੈ। but the fish never says ਕਿ ਮੈਨੂੰ ਪਾਣੀ ਚੋਂ ਬਾਹਰ ਕੱਢ ਲਓ because there are problems here. now this is the cue, ਇਹ ਉਹ cue ਹੈ ਜਿਹਦੇ ਨਾਲ ਇਸ ਸ਼ਲੋਕ ਨੂੰ ਸਮਝਿਆ ਜਾ ਸਕਦਾ। so be appreciative towards your life, ਜਿਹਦਾ ਸੋਰਸ ਪਰਮਾਤਮਾ ਹੈ। ਤਾਂ ਗੁਣ ਗੋਬਿੰਦ ਗਾਇਓ ਨਹੀਂ ਦਾ ਮਤਲਬ ਇੱਥੇ ਇਹ ਆਇਆ ਕਿ ਮੇਰੀ ਲਾਈਫ ਦੇ ਵਿੱਚ ਬਹੁਤ ਸਾਰੇ ਚੈਲੰਜਸ ਨੇ, ਇੱਥੇ ਬੜੇ ਸਾਰੇ ਐਨੀਮੀਜ਼ ਵੀ ਹੋਣਗੇ, ਇੱਥੇ ਬਹੁਤ ਸਾਰਾ ਮੈਨੂੰ ਦੁੱਖ ਵੀ ਮਿਲੇਗਾ, ਪਰੇਸ਼ਾਨੀਆਂ ਵੀ ਆਉਂਦੀਆਂ ਨੇ। ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਕਹਾਂ ਕਿ ਕੋਈ ਮਿਰੇਕਲ ਹੋਵੇ ਤੇ ਇਹ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣ, ਜਾਂ ਇਹ ਮੈਨੂੰ ਇਹ ਚੋਂ ਕੱਢ ਲਿਆ ਜਾਵੇ, ਇਸ ਜ਼ਿੰਦਗੀ ਵਿੱਚੋਂ ਕਿਸੇ ਹੋਰ ਲਾਈਫ ਵਿੱਚ ਪਾਤਾ ਜਾਵੇ। ਤਾਂ ਇਹਦੇ ਵਿੱਚ ਰਹਿੰਦੇ ਹੋਏ ਇਹ ਜਾਣਨਾ, ਇਹ ਰੀਅਲਾਈਜ਼ ਕਰਨਾ ਦੈਟ ਦਿਸ ਇਜ਼ ਮਾਈ ਲਾਈਫ, ਗੋਡ ਹੈਜ਼ ਪਰਮਾਤਮਾ ਨੇ, ਵਾਹਿਗੁਰੂ ਨੇ ਮੈਨੂੰ ਇਹ ਲਾਈਫ ਬਲੈਸ ਕੀਤੀ ਹੈ, ਮੈਨੂੰ ਇਸ ਚੀਜ਼ ਦਾ ਸ਼ੁਕਰਾਨਾ ਕਰਨਾ ਚਾਹੀਦਾ, ਥੈਂਕਫੁਲ ਹੋਣਾ ਚਾਹੀਦਾ। ਆਲਦੋ ਦੇयर ਆਰ ਚੈਲੰਜਸ, ਆਲਦੋ ਦੇयर ਆਰ ਔਡ ਟਾਈਮਸ ਓਵਰ ਹੇਅਰ ਐਂਡ ਦੇਅਰ, ਆਉਂਦੇ ਨੇ ਇਹਦੇ ਵਿੱਚ ਮੁਸੀਬਤਾਂ ਆਉਂਦੀਆਂ ਨੇ, ਦੁੱਖ ਆਉਂਦੇ ਨੇ, ਤਕਲੀਫਾਂ ਆਉਂਦੀਆਂ ਨੇ, ਪਰ ਇਸੇ ਲਾਈਫ ਦੇ ਵਿੱਚ, ਇਸੇ ਪਾਣੀ ਵਿੱਚ, ਜਿਵੇਂ ਮਛਲੀ ਕਰਦੀ ਹੋਏਗੀ ਹੈ ਨਾ, ਇਸੇ ਪਾਣੀ ਦੇ ਵਿੱਚ ਮੇਰਾ ਫੂਡ ਵੀ ਹੈ, ਮੇਰਾ ਸ਼ੈਲਟਰ ਵੀ ਹੈ, ਮੇਰੀ ਪ੍ਰੋਟੈਕਸ਼ਨ ਵੀ ਹੈ। ਸੋ ਮੇਰੀ ਲਾਈਫ ਇਹਦੇ ਵਿੱਚ ਹੀ ਸਾਰੇ ਚੈਲੰਜਸ ਨੇ, ਇਹਦੇ ਵਿੱਚ ਹੀ ਉਹਦਾ ਦੀ ਸੋਲਿਊਸ਼ਨ ਵੀ ਹੈ, ਇਹਦੇ ਵਿੱਚ ਹੀ ਜੇ ਦੁੱਖ ਨੇ ਤੇ ਇਹਦੇ ਵਿੱਚ ਸੁੱਖ ਵੀ ਨੇ। ਸੋ ਆਈ ਸ਼ੁੱਡ ਬੀ ਥੈਂਕਫੁਲ ਟੂ ਦੈਟ ਲਾਰਡ ਅਬਾਊਟ ਦਿਸ ਲਾਈਫ, ਜਿਹੜਾ ਸੋਰਸ ਆਫ ਮੇਰੀ ਲਾਈਫ ਹੈ, ਉਹਦਾ ਧੰਨਵਾਦੀ ਹੋਣਾ, ਸ਼ੁਕਰਾਨਾ ਕਰਨਾ। ਗੁਰੂ ਜੀ ਸੇਜ਼ ਅਸੀਂ ਉਹ ਗੁਣ ਨਹੀਂ ਗਾ ਰਹੇ, ਅਸੀਂ ਉਹਦਾ ਸ਼ੁਕਰਾਨਾ ਨਹੀਂ ਕਰ ਰਹੇ, ਸਾਡੀ ਲਾਈਫ ਕੁਝ ਹੋਰ ਗਾ ਰਹੀ ਹੈ। ਆਰ ਲਾਈਫ ਇਜ਼ ਸਿੰਗਿੰਗ ਕੰਪਲੇਨਸ, ਆਵਰ ਲਾਈਫ ਇਜ਼ ਸਿੰਗਿੰਗ ਡਿਜ਼ਾਇਰਸ, ਆਰ ਲਾਈਫ ਇਜ਼ ਸਿੰਗਿੰਗ ਡਿਸਅਪਾਇੰਟਮੈਂਟਸ ਬਿਕੋਜ਼ ਆਫ ਦੋਜ਼ ਡਿਜ਼ਾਇਰਸ। ਸਾਡੀ ਜ਼ਿੰਦਗੀ ਵਿੱਚ ਦੁੱਖ ਉਹ ਗਾਏ ਜਾ ਰਹੇ ਆ, ਸਾਡੀ ਜ਼ਿੰਦਗੀ ਵਿੱਚ ਮੰਗਾਂ ਗਾਈਆਂ ਜਾ ਰਹੀਆਂ, ਮੈਨੂੰ ਇਹ ਮਿਲੇ, ਇਹ ਮਿਲੇ, ਇੱਦਾਂ ਹੋਣਾ ਚਾਹੀਦਾ ਹੈ। ਬਟ ਗਾਉਣਾ ਸੀ ਵਾਹਿਗੁਰੂ ਤੇਰਾ ਸ਼ੁਕਰ ਹੈ। ਜਦੋਂ ਸਾਡੀ ਲਾਈਫ ਇਹ ਗਾਉਣ ਲੱਗ ਜਾਏ, ਈਚ ਐਂਡ ਐਵਰੀ ਮੋਮੈਂਟ ਸਾਡੇ ਚਿਹਰੇ ਤੇ ਉਹ ਸਮਾਈਲ ਹੋਵੇ ਕਿ ਹੈਗਾ, ਸਭ ਕੁਝ ਦਿੱਤਾ ਹੋਇਆ ਮੈਨੂੰ ਪਰਮਾਤਮਾ ਨੇ, ਸਭ ਕੁਝ, ਫਿਰ ਸਭ ਕੁਝ ਘਰ ਮੈਂ ਬਾਹਰ ਨਹੀਂ। ਜਿੰਨੇ ਇਸ ਚੀਜ਼ 'ਚ ਜੀਵਨ ਜੀਣ ਲੱਗ ਗਿਆ, ਉਹ ਗੁਣ ਗੋਬਿੰਦ ਗਾ ਰਿਹਾ ਆ। ਜਿਹੜਾ ਨਹੀਂ ਗਾ ਰਿਹਾ, ਉਹ ਕੀ ਕਰ ਰਿਹਾ? ਬਿਖਿਆਨ ਸਿਉ ਕਾਹੇ ਰਚਿਓ, ਨਿਮਖ ਨਾ ਹੋਏ ਉਦਾਸ। ਕਿਉਂ ਨਹੀਂ ਗਾ ਪਾ ਰਿਹਾ? ਵਾਈ ਆਰ ਵੀ ਫੇਲਿੰਗ ਟੂ ਐਪਰੀਸ਼ੀਏਟ ਲਾਈਫ? ਬਿਕੋਜ਼ ਅਸੀਂ ਵਿਸ਼ਿਆਂ 'ਚ ਪੈ ਕੇ, ਇੰਡਲਜਡ ਇਨ ਵਾਈਸਿਸ, ਨਿਮਖ ਨਾ ਹੋਏ ਉਦਾਸ। ਵੀ ਨੈਵਰ ਸੈਪਰੇਟ ਆਵਰਸੈਲਵਸ ਫਰੋਮ ਦੋਜ਼ ਵਾਈਸਿਸ ਐਂਡ ਦੋਜ਼ ਜਿਹੜੇ ਚਸਕੇ ਨੇ, ਮਟੀਰੀਅਲ ਕੰਫਰਟਸ ਦਾ ਜਿਹੜਾ ਸਾਨੂੰ ਇੱਕ ਝੱਸ ਪਿਆ ਹੋਇਆ, ਅਸੀਂ ਉਸ ਤੋਂ ਉਦਾਸ ਮੀਨਸ ਉਸ ਤੋਂ ਸੈਪਰੇਟ ਹੋਣਾ, ਅਲੱਗ ਹੋਣਾ, ਆਪਣੇ ਆਪ ਨੂੰ ਨਹੀਂ ਕਰ ਪਾ ਰਹੇ। ਜੋ ਸਾਡੇ ਅੰਦਰ ਵੀਕਨੈਸਿਸ ਨੇ, ਜੋ ਸਾਡੇ ਅੰਦਰ ਵਾਈਸਿਸ ਨੇ, ਈਵਲ ਮਾਈਂਡਡਨੈਸ ਹੈ, ਉਹਦੇ ਕਰਕੇ ਅਸੀਂ ਵਿਸ਼ੇ ਵਿਕਾਰਾਂ 'ਚ ਪਏ ਹੋਏ ਹਾਂ, ਈਵਲ ਐਕਟਸ ਕਰ ਰਹੇ, ਈਵਲ ਡੀਡਸ ਕਰ ਰਹੇ। ਇਸੇ ਕਰਕੇ ਸਾਡੀ ਡਿਸਅਪਾਇੰਟਮੈਂਟਸ ਨੇ, ਇਸੇ ਕਰਕੇ ਅਸੀਂ ਸ਼ੁਕਰਾਨਾ ਨਹੀਂ ਕਰ ਪਾ ਰਹੇ। ਸਤਿਗੁਰੂ ਜੀ ਸੇਜ਼ ਬਿਖਿਆਨ ਸਿਉ ਕਾਹੇ ਰਚਿਓ, ਵਾਈ ਆਰ ਯੂ ਇੰਡਲਜ ਇਨ ਆਲ ਦੋਜ਼ ਵਾਈਸਿਸ, ਨਿਮਖ ਨਾ ਹੋਏ ਉਦਾਸ। ਨਾਟ ਫॉर ਅ ਮੋਮੈਂਟ, ਇੱਕ ਮੋਮੈਂਟ ਵਾਸਤੇ ਵੀ ਤੂੰ ਉਹਨਾਂ ਤੋਂ ਅਲੱਗ ਨਹੀਂ ਹੋ ਰਿਹਾ, ਆਪਣੇ ਆਪ ਨੂੰ ਸੈਪਰੇਟ ਨਹੀਂ ਕਰ ਰਿਹਾ, ਫਿਰ ਸੁਖੀ ਕਿਵੇਂ ਹੋਏਗਾ? ਤੇਰੀ ਲਾਈਫ ਨਹੀਂ ਗਾ ਪਾਏਗੀ। ਨਿਮਖ ਨਾ ਹੋਏ ਉਦਾਸ, ਕਹੋ ਨਾਨਕ ਭਜ ਹਰ ਮਨਾ, ਪਰੇ ਨਾ ਜਮ ਕੀ ਫਾਸ। ਤੋ ਇਹ ਜਮ, ਇਹ ਮੀਨਸ ਟਾਈਮ, ਜਮ ਆਲਸੋ ਮੀਨਸ ਦ ਵਾਈਸਿਸ। ਅਸੀਂ ਮੰਨ ਲੈਂਦੇ ਕਿ ਮਰਨ ਤੋਂ ਬਾਅਦ ਕੋਈ ਜਮਦੂਤ ਸੀ, ਮਰਨ ਤੋਂ ਬਾਅਦ ਕੀ ਹੋਣਾ ਹੈ, ਕੀ ਨਹੀਂ ਹੋਣਾ, ਨੋਬਡੀ ਨੋਜ਼। ਗੁਰਬਾਣੀ 'ਚ ਵੀ ਇਸ ਗੱਲ ਦਾ ਫੈਸਲਾ। ਸੋ ਉਹਦੇ ਬਾਰੇ there is no need to put so much discussions and arguments over that, ਜਿਹੜੇ ਮਨ ਦੇ ਮੰਨਣ। but it's irrelevant what will happen after death. it's irrelevant to our present situation in our present life. ਤੋ present life ਦੇ ਵਿੱਚ ਜਮ, ਇੱਕ ਜਮ ਹੈਗਾ ਆ ਸਮਾਂ। ਤੂੰ ਸਮੇਂ ਦੇ ਉਸ ਫਾਹੇ 'ਚ ਨਹੀਂ ਪਏਗਾ ਕਿ ਜਦੋਂ ਸੁੱਖ ਆਇਆ ਉਦੋਂ ਨੱਚਣ ਲੱਗ ਗਿਆ, ਜਦੋਂ ਦੁੱਖ ਆਇਆ ਉਦੋਂ ਰੋਣ ਲੱਗ ਗਿਆ, ਰਾਈਟ। ਫਿਰ ਜਮ ਹੈਗੇ ਵਿਕਾਰ। ਤੂੰ ਇਹਨਾਂ ਵਿਕਾਰਾਂ ਤੋਂ ਉਦੋਂ ਛੁੱਟੇਗਾ ਜਦੋਂ ਕਹੋ ਨਾਨਕ ਭਜ ਹਰ ਮਨਾ, when you will focus on that divine self, ਜਦੋਂ ਤੂੰ ਉਹਦਾ ਧੰਨਵਾਦੀ ਹੋਣ ਲੱਗ ਜਾਏਗਾ। ਜਿਵੇਂ ਕੱਲ ਸੁਣਿਆ ਸੀ, ਰਾਮ ਸਿਮਰ, ਇਹ ਤੇਰੇ ਕਾਜ ਹੈ।
ਸੋ ਕਹੋ ਨਾਨਕ ਭਜ ਹਰ ਮਨਾ ਪਰੈ ਨ ਜਮ ਕੀ ਫਾਸ। ਤੂੰ ਇਸ ਸਮੇਂ ਦੇ ਤੇ ਇਸ ਵਿਕਾਰਾਂ ਦੇ ਵਿੱਚ ਫਸੇਗਾ ਨਹੀਂ, ਇਹਨਾਂ ਤੋਂ ਨਿਕਲ ਜਾਵੇਂਗਾ। ਕਿਉਂਕਿ ਜਦੋਂ ਸਮਾਂ ਚੰਗਾ ਆਉਂਦਾ ਤੇ ਅਸੀਂ ਖੁਸ਼ ਹੋ ਜਾਂਦੇ ਹਾਂ, ਮਾੜਾ ਆਇਆ ਤੇ ਰੋਣ ਲੱਗ ਜਾਂਦੇ। ਇਹ ਹੁੰਦਾ ਕਿਉਂ? ਬਿਕੋਜ਼ ਵਿਖੇਣ ਨਾਲ ਉਹਨਾਂ ਵਿੱਚ ਵਿਸ਼ੇ ਵਿਕਾਰਾਂ ਦੇ ਵਿੱਚ ਅਸੀਂ ਗ੍ਰਸੇ ਹੋਏ ਹਾਂ। ਇੰਗਰੋਜ਼ ਇਨ ਦੋਜ਼ ਵਾਈਸਸ, ਇਨ ਦੈਟ ਐਕਸਪੈਕਟੇਸ਼ਨਸ ਆਫ ਕੰਫਰਟ ਐਂਡ ਹੈਪੀਨੈਸ ਐਂਡ ਜੋਏ ਫਰਮ ਮਟੀਰੀਅਲ ਵਰਲਡ। ਉਹਦੇ ਵਿੱਚ ਇੰਨੇ ਇਨਗਰੋਸ ਹੋਏ ਆ ਕਿ ਅਸੀਂ ਧੰਨਵਾਦ ਸ਼ੁਕਰਾਨਾ ਨਹੀਂ ਕਰ ਪਾਉਂਦੇ। all we do is we want more and more and more desiring, and then if it doesn't come, more complaints and all those sort of things। ਤੇ ਉਹਨਾਂ ਵਿੱਚ ਉਲਝੇ ਹੋਏ ਅਸੀਂ ਫਿਰ ਫਸੇ ਰਹਿੰਦੇ ਹਾਂ। ਤੋ ਇਹ ਵਿਕਾਰਾਂ ਤੋਂ, ਇਹਨਾਂ ਵੀਕਨੈਸਿਸ, ਉਸ ਸਮੇਂ ਦੇ ਆਧਾਰ ਤੇ ਉੱਚਾ ਨੀਵਾਂ, ਹੱਸਣਾ ਰੋਣਾ, ਪੇਨ ਪਲੇਜਰਸ, ਉਹਨਾਂ ਦੇ ਵਿੱਚੋਂ ਅਸੀਂ ਨਿਕਲ ਜਾਵਾਂਗੇ ਜੇ ਅਸੀਂ ਉਸ ਪ੍ਰਮਾਤਮਾ ਦੇ ਗੁਣ ਗਾਉਂਦੇ ਹਾਂ, ਚੇਤੇ ਕਰਦੇ ਆ। ਸਤਿਗੁਰੂ ਜੀ ਸੇਜ਼ ਵੈਨ ਯੂ ਆਰ ਨਾਟ ਡੂਇੰਗ ਦਿਸ, ਜਦੋਂ ਤੂੰ ਗੁਣ ਗੋਬਿੰਦ ਨਹੀਂ ਗਾ ਰਿਹਾ ਐਂਡ ਯੂ ਆਰ ਵੇਸਟਿੰਗ ਯੋਰ ਟਾਈਮ, ਤੂੰ ਆਪਣੇ ਲਾਈਫ ਨੂੰ, ਪ੍ਰੈਸ਼ੀਅਸ ਲਾਈਫ ਨੂੰ, ਜਿਹਨੂੰ ਮੋਮੈਂਟ ਦਰ ਮੋਮੈਂਟ, ਵਿਦ ਈਚ ਐਂਡ ਐਵਰੀ ਮੋਮੈਂਟ ਯੂ ਕੁਡ ਹੈਵ ਲਿਵਡ ਅ ਬੈਟਰ, ਅ ਬਿਊਟੀਫੁਲ ਲਾਈਫ, ਬਟ ਯੂ ਵੇਸਟ ਯੋਰ ਲਾਈਫ। ਸਾਸੰਗਤ ਬੜੀ ਸੋਹਣੀ ਗੱਲ ਮੈਂ ਕੱਲ ਪੜ੍ਹ ਰਿਹਾ ਸੀ, ਕਿਸੇ ਨੇ ਬੜਾ ਸੋਹਣਾ ਲਿਖਿਆ, ਦੈਟ ਇਟਸ ਨਾਟ ਲਾਈਕ ਦੈਟ ਵੀ ਹੈਵ ਅ ਵੈਰੀ ਸ਼ਾਰਟ ਲਾਈਫ। ਇਹ ਨਹੀਂ ਹੈ ਕਿ ਸਾਡੀ ਜ਼ਿੰਦਗੀ ਬੜੀ ਛੋਟੀ ਰਹੀ ਹੈ। ਪ੍ਰੋਬਲਮ ਇਹ ਹੈ ਦੈਟ ਅਸੀਂ ਉਹਨੂੰ ਜੀ ਨਹੀਂ ਰਹੇ। ਜਿੰਨੀ ਵੀ ਹੈਗੀ, ਜਿੰਨਾ ਵੀ ਟਾਈਮ ਸਾਡੇ ਕੋਲ ਹੈ, ਦੈਟ ਟਾਈਮ ਇਜ਼ ਨਾਟ ਸ਼ਾਰਟ ਹੇਅਰ। ਵੀ ਆਰ ਵੇਸਟਿੰਗ ਟੂ ਮਚ ਆਫ ਟਾਈਮ ਇਨ ਸਟ੍ਰੈਸਿੰਗ ਯੂਜ਼ਲੈਸ ਥਿੰਗਸ। ਉਹਨਾਂ ਦੇ ਉੱਤੇ ਸਟ੍ਰੈਸ ਕਰਕੇ, ਉਹਨਾਂ ਦੇ ਉੱਤੇ ਚਿੰਤਾ ਫਿਕਰ ਕਰਕੇ, ਤੇ ਯੂਜ਼ਲੈਸ ਚੀਜ਼ਾਂ ਦੇ ਜਿਹੜਾ ਉਹਨਾਂ ਨਾਲ ਅਟੈਚਮੈਂਟ ਪਾ ਕੇ ਵੀ ਆਰ ਵੇਸਟਿੰਗ ਅਵਰ ਪ੍ਰੈਸ਼ੀਅਸ ਟਾਈਮ। ਸਤਿਗੁਰੂ ਜੀ ਉਹੀ ਅਗਲੇ ਸ਼ਲੋਕ 'ਚ ਐਕਸਪਲੇਨ ਕਰਦੇ ਨੇ, ਤਰਨਾਪੋ ਇਉਂ ਹੀ ਗਇਓ ਦ ਯੂਥ। ਉਹ ਜਿਹੜਾ ਚੰਗਾ ਵੇਲਾ ਲਾਈਫ ਦਾ, ਉਹ ਇਦਾਂ ਹੀ ਨਿਕਲ ਗਿਆ। ਲਿਓ ਜਰਾ ਤਨ ਜੀਤ, ਫਿਰ ਬੁਢੇਪਾ ਆ ਜਾਂਦਾ, 올ਡ ਏਜ ਆ ਜਾਂਦੀ ਹੈ। ਕਹੋ ਨਾਨਕ ਭਜ ਹਰ ਮਨਾ ਔਧ ਜਾਤ ਹੈ ਬੀਤ। ਔਧ ਮੀਨਸ ਲਾਈਫ। ਇਹ ਲਾਈਫ ਜਿਹੜੀ ਉਹ ਗੁਜ਼ਰਦੀ ਜਾਂਦੀ ਹੈ, ਜ਼ਿੰਦਗੀ ਬੀਤਦੀ ਜਾਂਦੀ ਹੈ, ਸਮਾਂ ਨਹੀਂ ਰੁਕਦਾ। ਟਾਈਮ ਨੈਵਰ ਸਟਾਪਸ ਫॉर ਐਨੀਵਨ। ਯੂ ਕੈਨ ਨਾਟ ਚੇਂਜ ਦਿਸ ਫੈਕਟ। ਸੋ ਰਿਮੈਂਬਰ ਦਿਸ। ਸਤਿਗੁਰੂ ਜੀ ਸੇਜ਼ ਕਿ ਭਾਈ ਸਮਾਂ ਗੁਜ਼ਰਦਾ ਜਾਣਾ ਆ। ਇਹ ਨਾ ਸੋਚ ਕਿ ਕਿੰਨੀ ਲਾਈਫ ਤੇਰੇ ਕੋਲ ਹੈ, ਇਸ ਚੀਜ਼ ਦੇ ਪਿੱਛੇ ਵੀ ਕਈਆਂ ਨੂੰ ਟੈਨਸ਼ਨ ਪਈ ਹੋਈ ਹੈ, ਪਤਾ ਨਹੀਂ ਕਿੰਨੀ ਜ਼ਿੰਦਗੀ ਹੈ। ਤੋ ਯਾਦ ਰੱਖ ਕਿ ਜਾਣਾ ਇੱਥੋਂ ਹੈਗਾ, ਯੂ ਹੈਵ ਟੂ ਪੈਕ ਅਪ ਐਂਡ ਲੀਵ ਦਿਸ ਵਰਲਡ। ਪਰ ਜਿੰਨਾ ਵੀ ਟਾਈਮ ਹੈਗਾ, ਵਿਦ ਈਚ ਐਂਡ ਐਵਰੀ ਮੂਮੈਂਟ ਉਸ ਪਰਮਾਤਮਾ ਵੱਲ ਐਪਰੀਸੀਏਸ਼ਨ, ਉਹਦੀ ਐਪਰੀਸੀਏਸ਼ਨ ਨਾ, ਐਪਰੀਸ਼ੀਏਟ ਕਰ ਲਾਈਫ ਨੂੰ, ਐਪਰੀਸ਼ੀਏਟ ਕਰ ਉਸ ਪਰਮਾਤਮਾ ਦੇ ਦਿੱਤੇ ਹੋਈ ਬਲੈਸਿੰਗਸ ਨੂੰ, ਐਪਰੀਸ਼ੀਏਟ ਕਰ ਕਿ ਸਾਹ ਚੱਲ ਰਹੇ ਨੇ। ਤੇ ਫਿਰ ਵਿਖੇ ਅਨਸੇ ਕਾਹੇ ਰਚਿਓ, ਜਿਹੜਾ ਉਹ ਰਚੇ ਹੋਏ ਆ ਵਾਈਸਸ ਦੇ ਵਿੱਚ, ਵੀਕਨੈਸਿਸ ਦੇ ਵਿੱਚ, ਆਊਟਰ ਥਿੰਗਸ ਦੇ ਵਿੱਚ, ਉਹਨਾਂ ਤੋਂ ਖੁਦ ਨੂੰ ਡਿਟੈਚ ਕਰ ਤੇ ਤੈਨੂੰ ਪਤਾ ਲੱਗੇਗਾ ਕਿ ਜ਼ਿੰਦਗੀ ਬਹੁਤ ਸੋਹਣੀ ਹੈ। ਜੋ ਹੋ ਚੁੱਕਿਆ ਪਾਸਟ ਵਿੱਚ ਉਹਨੂੰ ਛੱਡ, ਫਿਊਚਰ 'ਚ ਕੀ ਹੋਣਾ ਉਹ ਵੀ ਭੁੱਲ, ਪ੍ਰੈਜ਼ੈਂਟ ਮੂਮੈਂਟ ਦੇ ਵਿੱਚ ਆਪਣੀ ਲਾਈਫ ਨੂੰ ਹੋਰ ਸੋਹਣਾ ਬਣਾ ਕੇ ਜੀ। ਦੈਟਸ ਇੰਪੋਰਟੈਂਟ। ਸਤਿਗੁਰੂ ਜੀ ਇਨ ਦ ਨੈਕਸਟ ਸ਼ਲੋਕ ਹੀ ਸੇਜ਼ ਬਿਰਧ ਭਇਓ ਸੂਝੈ ਨਹੀਂ। 올ਡ ਏਜ ਆ ਜਾਂਦੀ ਹੈ, ਉਮਰ ਲੰਘ ਜਾਂਦੀ ਹੈ, ਫਿਰ ਬੁੱਢਾ ਹੋ ਜਾਂਦਾ, ਫਿਰ ਸੁਝਦਾ ਨਹੀਂ ਕੁਛ। ਹੁਣ ਉਦੋਂ ਸੈਂਸਸ ਥੋੜੀ ਕੰਮ ਕਰਨਗੀਆਂ। ਐਂਡ ਦੈਟਸ ਦ ਟ੍ਰੈਜੇਡੀ ਆਫ ਹਿਊਮਨ ਲਾਈਫ। ਬੰਦਾ ਸਾਰੀ ਉਮਰ ਕੱਢ ਲੈਂਦਾ ਆ, ਭੱਜਾ ਹੀ ਜਾਂਦਾ ਹੈ, ਚੇਜ਼ਿੰਗ ਆਲ ਕਾਈਂਡ ਆਫ ਡ੍ਰੀਮਸ ਐਂਡ ਆਲ ਕਾਈਂਡ ਆਫ ਪਲੇਜਰਸ ਐਂਡ ਆਲ ਕਾਈਂਡ ਆਫ ਮਟੀਰੀਅਲ ਜॉयਜ਼। ਵੀ ਆਰ ਚੇਜ਼ਿੰਗ ਇਟ, ਬਲਾਈਂਡ ਰਨ ਲੱਗੀ ਹੋਈ ਹੈ, ਇੱਕ ਨਾ ਅੰਨੀ ਦੌੜ ਲੱਗੀ ਹੋਈ ਹੈ। ਦੌੜਦਾ ਜਦੋਂ ਬੰਦਾ ਸਿਟ ਵਿਦ 올ਡ ਏਜ ਪੀਪਲ, ਦੇ ਵਿਲ ਟੈਲ ਯੂ ਦ ਐਕਸਪੀਰੀਅੰਸ ਆਫ देयर ਲਾਈਫ। ਅਖੀਰ 'ਚ ਜਾ ਕੇ 80-85 ਸਾਲ ਦੇ ਕਿਸੇ ਬਜ਼ੁਰਗ ਕੋਲ ਬੈਠ ਕੇ ਦੇਖੋ ਕਿ ਵਟ ਡੂ ਯੂ ਰਿਗਰੈਟ, ਤੇ ਉਹੀ ਕਹਿਣਗੇ ਕਿ ਰਿਗਰੈਟ ਸਿਰਫ ਇਹੀ ਰਹਿ ਗਈ ਕਿ ਅਸੀਂ ਜੀ ਨਹੀਂ ਪਾਏ ਸਹੀ ਤਰ੍ਹਾਂ। ਲਾਈਫ ਸ਼ਾਰਟ ਨਹੀਂ ਹੈ ਸਾਧ ਸੰਗਤ, ਮੈਂ ਫਿਰ ਰਿਪੀਟ ਕਰਦਾ ਹਾਂ। ਵੀ ਵੇਸਟ ਅ ਲੋਟ ਆਫ ਟਾਈਮ। ਅਸੀਂ ਟਾਈਮ ਬਹੁਤ ਸਾਰਾ ਵੇਸਟ ਕਰ ਜਾਂਦੇ ਹਾਂ। ਜ਼ਿੰਦਗੀ ਛੋਟੀ ਨਹੀਂ ਹੈ। ਉਮਰ ਗੁਜ਼ਰ ਜਾਂਦੀ ਹੈ, ਬੁਢੇਪਾ ਆਉਂਦਾ ਤੇ ਫਿਰ ਜਾ ਕੇ ਪਤਾ ਲੱਗਦਾ ਉਹ ਜੋ ਕਰਨਾ ਸੀ ਉਹ ਕੀਤਾ ਹੀ ਨਹੀਂ, ਜਿਹੜੀ ਚੀਜ਼ ਕਰਨ ਵਾਲੀ ਸੀ, ਜਿਹਨੂੰ ਸਤਿਗੁਰੂ ਅੱਗੇ ਜਾ ਕੇ ਇਸੇ ਚੀਜ਼ ਨੂੰ ਫਿਰ ਦੱਸਣਗੇ। ਤੋ ਬਿਰਧ ਭਇਓ ਸੂਝੈ ਨਹੀਂ ਕਾਲ ਪਹੁੰਚਿਓ ਆਨ। ਕਿ ਹੁਣ ਬੁੱਢੇ ਹੋ ਗਏ, ਉਤੋਂ ਕਾਲ ਮੌਤ ਵੀ ਆਉਣ ਵਾਲੀ ਹੈ, ਫਿਰ ਕੀ ਹੋ ਜਾਏਗਾ? ਵੈਨ ਵਿਲ ਯੂ ਲਿਵ ਦੈਨ? ਫਿਰ ਜੀਏਗਾ ਕਿਹੜੇ ਵੇਲੇ? ਇਹ ਕੰਪਲੇਨਸ, ਡਿਜ਼ਾਇਰਸ, ਇਹ ਅਟੈਚਮੈਂਟਸ, ਦੈਟ ਈਗੋ, ਦੈਟ ਗਰੀਡ, ਦੈਟ ਐਂਗਰ, all those regrets, all that vengeance, leave it। ਤੇ ਕਰਕੇ ਗੁਣ ਗੋਬਿੰਦ, ਗੋਬਿੰਦ ਦੇ ਗੁਣ ਗਾ। ਗੋਬਿੰਦ ਦੇ ਗੁਣ ਕੀ ਗਾਣੇ? ਵਾਹਿਗੁਰੂ ਤੇਰਾ ਸ਼ੁਕਰ ਹੈ, I have everything with me। ਕੋਈ ਗੱਲ ਨਹੀਂ, ਜੋ ਪਾਸਟ ਹੋ ਗਿਆ। ਤੋ ਮੈਂ ਆਪਣੇ ਹਰ ਮੂਮੈਂਟ ਨੂੰ, ਜ਼ਿੰਦਗੀ ਦੇ ਹਰ ਪਲ ਨੂੰ ਸੋਹਣਾ ਬਣਾ ਕੇ ਜੀਵਾਂ, ਧੰਨਵਾਦੀ ਹੋ ਕੇ, ਗ੍ਰੇਟਫੁਲ ਹੋ ਕੇ ਜੀਵਾਂ। ਨਹੀਂ ਤੇ ਕਹੋ ਨਾਨਕ ਨਰ ਬਾਵਰੇ ਕਿਉਂ ਨਾ ਭਜੈ ਭਗਵਾਨ। ਬਾਵਰੇ, crazy, don't get crazy,
ਗੈਟ ਆਊਟ ਆਫ ਦਾ ਸੈਂਸਸ ਤੋਂ ਬਾਹਰ ਜਾ ਕੇ ਇੰਨੀ ਚੇਜ਼ ਆ ਵੀ ਕਰ ਲਵਾਂ, ਇਹ ਵੀ ਲੈ ਲਵਾਂ, ਇਹ ਵੀ ਮਿਲ ਜੇ। ਯੂ ਆਰ ਕ੍ਰੇਜ਼ੀ ਵਾਈਲ ਡੂਇੰਗ ਦੈਟ। ਯੂ ਹੈਵ ਲਿਮਿਟਿਡ ਟਾਈਮ ਔਨ ਦਿਸ ਪਲੈਨਟ। ਭਾਵੇਂ ਉਹ 10 ਸਾਲ ਹੈ ਤੇ ਭਾਵੇਂ 100 ਸਾਲ ਹੈ, ਭਾਵੇਂ 150 ਸਾਲ ਹੈ ਮੈਕਸਿਮਮ। ਕਿੰਨਾ ਕੁ ਹੈ? ਇੰਨਾ ਕੀ ਹੈ ਨਾ, उस मुसव्विर का हर शाहकार, somebody has written very beautiful lines, उस मुसव्विर means artist, कलाकार, वो परमात्मा जिहड़ा क्रिएटर है ਉਹਦੀ हर एक शाहकार, we all are masterpieces। उस मुसव्विर का हर शाहकार 60-65 बरस और बस। 60-65 साल एवरेज एज है साडी, 60-65 और 70 और एवरेज एज है। कोई 125-150 ईयर्स भी जी लेगा। वी हैव टू गो फ्रॉम हेयर। किन्नी कि देर इत्थे रह लेगा, अखीर जाना ही जाना है। तो ये जान कि जिन्ना टाइम हैगा आ, विद ईच एंड एवरी मोमेंट लाइफ पासिस बाय। टाइम नेवर कम्स बैक। अज दोबारा नहीं आना। दिस डे इज नॉट गोइंग टू कम अगेन। दैट्स द अल्टीमेट ट्रुथ। सो इस लाइफ दे विच शुकराना कर, धन्नवादी हो। बिकॉज वेयर देयर इज थैंकफुलनेस, वेयर देयर इज ग्रैटिट्यूड, उत्थे कंप्लेन्स नहीं रहिंदियां, शिकायतां नहीं रहिंदियां। उत्थे फिर एक्सपैक्टेशनस घट जांदियां ने। ਉੱਥੇ ਫਿਰ ਆਨੰਦ ਹੁੰਦਾ ਆ, ਸੈਟਿਸਫੈਕਸ਼ਨ ਹੁੰਦੀ, ਕੰਟੈਂਟਮੈਂਟ ਹੁੰਦੀ ਹੈ। ਸਾਧ ਸੰਗਤ, ਕੰਟੈਂਟਮੈਂਟ ਡਜ਼ਨਟ ਮੀਨ ਕਿ ਮੈਨੂੰ ਕੁਝ ਚਾਹੀਦਾ ਹੀ ਨਹੀਂ ਹੈ। ਕੰਟੈਂਟਮੈਂਟ ਮੀਨਸ ਕਿ ਜੋ ਮੇਰੇ ਕੋਲ ਇਸ ਮੋਮੈਂਟ ਵਿੱਚ ਹੈਗਾ, ਮੈਂ ਇਸ ਨੂੰ ਖੁਸ਼ੀ ਦੇ ਨਾਲ, ਇਹਦੇ ਵਿੱਚ ਇੱਕ ਖੁਸ਼ੀ, ਇਹਦੇ ਵਿੱਚ ਇੱਕ ਹੈਪੀਨੈਸ, ਇੱਕ ਜੋਏ ਫਾਈਂਡ ਕਰਾਂ। ਨਾਲ ਦੇ ਨਾਲ ਮੈਂ ਅਗਲੇ ਵਾਸਤੇ ਚੰਗੇ ਐਫਰਟਸ ਕਰ ਰਿਹਾ ਹਾਂ। ਸੋ ਇਟਸ ਨਾਟ ਅਬਾਊਟ ਟੂ ਸਟਾਪ ਯੋਰਸੈਲਫ ਫਰਮ ਗਰੋਇੰਗ। कंटेंटमेंट doesn't mean to stop yourself. Contentment is to कि जो अज हैगा, whatever I have till now, मैं ਉਹਦੇ ਪ੍ਰਤੀ ਤੇ ਐਪਰੀਸ਼ੀਏਟਿਵ ਹੋਵਾਂ, ਉਹਨੂੰ ਤਾਂ ਟੇਕਨ ਫॉर ਗ੍ਰਾਂਟਡ ਨਾ ਲਵਾਂ।